ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਹੈ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਉਹਨਾਂ ਦਿਨਾਂ ਦੇ ਵਿੱਚ ਜਦੋਂ ਬਾਬਾ ਈਸ਼ਰ ਸਿੰਘ ਜੀ ਦੇਹਰਾਦੂਨ ਗਏ ਸੀ, ਇੱਥੇ ਬੜੇ ਭਾਰੀ ਦੀਵਾਨ ਲੱਗੇ ਸੀ ਅਤੇ ਇਹਨਾਂ ਦੀਵਾਨਾਂ ਦੇ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਸੀ ਅਤੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਸੀ। ਇੱਥੇ ਹੀ ਬੜੇ ਰਸ ਭਿੰਨੇ ਕੀਰਤਨ ਹੋਏ ਸੀ ਅਤੇ ਮਹਾਂਪੁਰਖਾਂ ਨੇ ਬੜੀਆਂ ਸੁੰਦਰ ਵਿਚਾਰਾਂ ਕਥਾ ਦੇ ਵਿੱਚ ਸਰਵਣ ਕੀਤੀਆਂ ਸੀਗੀਆਂ ਇਹਨਾਂ ਦੀਵਾਨਾਂ ਦੇ ਵਿੱਚ। ਅਤੇ ਜਦੋਂ ਇਹ ਦੇਹਰਾਦੂਨ ਦੀਵਾਨ ਚੱਲਦੇ ਸੀ, ਉਹਨਾਂ ਟਾਈਮਾਂ ਦੇ ਵਿੱਚ ਰੁੜਕੀ ਦੇ ਕੁਛ ਫੌਜੀ ਸਿੰਘ ਜਦ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ ਸੀ ਅਤੇ ਇਹਨਾਂ ਨੇ ਦੀਵਾਨਾਂ ਦੀ ਹਾਜ਼ਰੀ ਭਰੀ। ਉਪਰੰਤ ਫਿਰ ਇਹਨਾਂ ਨੇ ਬਾਬਾ ਈਸ਼ਰ ਸਿੰਘ ਹੋਣਾ ਦੇ ਅੱਗੇ ਬੇਨਤੀ ਕੀਤੀ ਸੀ ਕਿ ਜਦੋਂ ਵੀ ਤੁਸੀਂ ਹੁਣ ਰੁੜਕੀ ਆਵੋ ਹੈ ਨਾ, ਇੱਥੇ ਆ ਕੇ ਸਾਨੂੰ ਜ਼ਰੂਰ ਦਰਸ਼ਨ ਦਿਓ, ਕਿਉਂਕਿ ਤੁਸੀਂ ਦੇਹਰਾਦੂਨੋਂ ਆਏ ਆ, ਰੁੜਕੀ ਵੀ ਤੁਸੀਂ ਦੂਰ ਆਵੋ ਅਤੇ ਰੁੜਕੀ ਦੇ ਜਿੰਨੇ ਵੀ ਜਿਹੜੇ ਫੌਜੀ ਸਿੰਘ ਆ ਉਹ ਆਪ ਜੀ ਦੇ ਦਰਸ਼ਨਾਂ ਵਾਸਤੇ ਬੜੇ ਤਾਵਲੇ ਆ। ਜਦ ਇਹਨਾਂ ਨੇ ਬੇਨਤੀ ਕੀਤੀ ਸੀ ਤਾਂ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਉਹਨਾਂ ਸਿੰਘਾਂ ਨੂੰ ਕਹਿ ਦਿੱਤਾ ਸੀਗਾ, ਕਹਿੰਦੇ ਦੇਖੋ ਭਾਈ, ਤੁਹਾਡਾ ਤਾਂ ਵਚਨ ਸਾਨੂੰ ਮੰਨਣਾ ਹੀ ਪੈਣਾ, ਕਿਉਂਕਿ ਬਾਬਾ ਈਸ਼ਰ ਸਿੰਘ ਖਾਸ ਕਰਕੇ ਜਿਹੜੇ ਫੌਜੀ ਸਿੰਘ ਹੁੰਦੇ ਸੀ ਉਹਨਾਂ ਦਾ ਬੜਾ ਸਤਿਕਾਰ ਕਰਦੇ ਹੁੰਦੇ ਸੀ। ਆਪ ਸੰਗਤਾਂ ਜਾਣਦੀਆਂ ਕਿ ਜਿਹੜੇ ਫੌਜ ਦੇ ਜਵਾਨ ਹੁੰਦੇ ਆ, ਉਹਨਾਂ ਨੇ ਆਪਣਾ ਮਨ ਧਨ ਜਿਹੜਾ ਹੈਗਾ ਦੇਸ਼ ਵਾਸਤੇ ਅਰਪਣ ਕੀਤਾ ਹੁੰਦਾ, ਦੇਸ਼ ਦੀ ਸੇਵਾ ਕਰਦੇ ਆ ਅਤੇ ਦੇਸ਼ ਦੀ ਸੇਵਾ ਦੇ ਬਦਲੇ ਇਹ ਮੌਤ ਨੂੰ ਜਿਹੜਾ ਹੈ ਹਮੇਸ਼ਾ ਆਪਣੇ ਹੱਥਾਂ 'ਤੇ ਲਈ ਫਿਰਦੇ ਆ। ਜਦ ਵੀ ਕਦੇ ਸਮਾਂ ਬਣਿਆ ਜਾਂ ਕਿਸੇ ਸ਼ਹੀਦੀ ਦਾ ਸਮਾਂ ਆਇਆ, ਉਸ ਟਾਈਮ ਤਤਕਾਲ ਜਿਹੜੇ ਫੌਜੀ ਜਵਾਨ ਹੈਗੇ ਆ ਉਹ ਸਭ ਕੁਝ ਭੁੱਲ ਕੇ ਜਿਹੜਾ ਹੈ ਉਹ ਦੇਸ਼ ਦੇ ਵਾਸਤੇ ਆਪਣੀ ਸ਼ਹੀਦੀ ਵਾਸਤੇ ਪੂਰੀ ਤਰ੍ਹਾਂ ਤਤਪਰ ਰਹਿੰਦੇ ਆ। ਇਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਜਦ ਇਹਨਾਂ ਨੂੰ ਵਚਨ ਦਿੱਤਾ ਕਿ ਜਦੋਂ ਅਸੀਂ ਕਿਤੇ ਇੱਧਰ ਆਏ ਤਾਂ ਜ਼ਰੂਰ ਰੁੜਕੀ ਆ ਕੇ ਆਪ ਜੀ ਦੇ ਨਾਲ ਇਹ ਸਾਰੇ ਜਿਹੜੇ ਵਿਚਾਰ ਉਹ ਸਾਂਝੇ ਕਰਾਂਗੇ। ਉਸ ਤੋਂ ਬਾਅਦ ਫਿਰ ਰੁੜਕੀ ਜਿਹੜੇ ਫੌਜੀ ਜਵਾਨ ਸੀਗੇ ਉਹ ਬੜੀ ਖੁਸ਼ੀ ਵਾਪਸ ਰੁੜਕੀ ਫੌਜ 'ਚ ਮੁੜ ਗਏ ਸੀਗੇ। ਉਸ ਤੋਂ ਬਾਅਦ ਫਿਰ ਜਦੋਂ ਪ੍ਰੋਗਰਾਮ ਬਾਬਾ ਈਸ਼ਰ ਸਿੰਘ ਦਾ ਹੁਣ ਬਣਿਆ ਸੀਗਾ ਕਿ ਅਸੀਂ ਦਿੱਲੀ ਜਾਣਾ, ਉਹਨਾਂ ਟਾਈਮਾਂ ਵਿੱਚ ਫਿਰ ਮਹਾਂਪੁਰਖ ਜਿਹੜੇ ਸੀਗੇ ਆਪੋ ਨੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਫਿਰ ਰੁੜਕੀ ਪਹੁੰਚੇ ਸੀਗੇ। ਜਦ ਰੁੜਕੀ ਪਹੁੰਚੇ ਸੀ, ਸਾਰੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਟਾਈਮਾਂ ਦੇ ਵਿੱਚ ਜਦ ਛਾਉਣੀ 'ਚ ਦਾਖਲ ਹੋਣ ਲੱਗੀਆਂ ਤਾਂ ਉਸ ਟਾਈਮ ਜਿਹੜਾ ਪਹਿਰੇ 'ਤੇ ਸੰਤਰੀ ਸੀਗਾ ਉਹਨੇ ਹੱਥ ਦੇ ਕੇ ਸਾਰੀਆਂ ਗੱਡੀਆਂ ਰੋਕੀਆਂ। ਜਦ ਗੱਡੀਆਂ ਰੋਕੀਆਂ ਸੀਗੀਆਂ ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਆਪਣੀ ਜਿਹੜੀ ਗੱਡੀ ਸੀਗੀ ਉਹ ਨਹਿਰ ਦੀ ਪਟੜੀ 'ਤੇ ਖੜੀ ਰੱਖੀ ਅਤੇ ਇਸ ਤੋਂ ਬਾਅਦ ਫਿਰ ਆਲੇ ਦੁਆਲੇ ਦੀਆਂ ਪਿੰਡਾਂ ਦੀਆਂ ਸੰਗਤਾਂ ਜਾਂ ਜਿਹੜੇ ਫੌਜ ਦੇ ਜਵਾਨ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਰੁੜਕੀ ਪਹੁੰਚ ਗਏ ਆ। ਇਸ ਕਰਕੇ ਬੇਅੰਤ ਸੰਗਤਾਂ ਦਾ ਜਿਹੜਾ ਸੀਗਾ ਇਕੱਠ ਹੋਇਆ ਇਸੇ ਨਹਿਰ ਦੀ ਪਟੜੀ ਦੇ ਉੱਤੇ। ਜਦ ਬੇਅੰਤ ਸੰਗਤਾਂ ਦਾ ਇਕੱਠ ਹੋਇਆ ਉਸ ਤੋਂ ਬਾਅਦ ਫਿਰ ਸੰਗਤਾਂ ਨੇ ਜਿਹੜੇ ਫੌਜ ਦਾ ਜਿਹੜਾ ਮੇਨ ਜਰਨਲ ਸੀਗਾ ਰੁੜਕੀ ਦੇ ਵਿੱਚ ਉਹਦੇ ਪਾਸ ਜਾ ਕੇ ਬੇਨਤੀ ਕੀਤੀ ਕਿ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲੇ ਇਹ ਰੁੜਕੀ ਪਹੁੰਚੇ ਆ ਅਤੇ ਇਸ ਕਰਕੇ ਤੁਸੀਂ ਇਜਾਜ਼ਤ ਦਿਓ ਕਿ ਉਹ ਇੱਥੇ ਆ ਕੇ ਫੌਜ ਦੇ ਵਿੱਚ ਦੀਵਾਨ ਲਾ ਸਕਣ ਅਤੇ ਸੰਗਤਾਂ ਨੂੰ ਨਿਹਾਲ ਕਰ ਸਕਣ। ਜਦ ਇਹ ਸਾਰੀ ਬੇਨਤੀ ਫੌਜ ਦੇ ਗੋਰੇ ਅਫਸਰ ਨਾਲ ਸੰਗਤਾਂ ਨੇ ਕੀਤੀ ਸੀ, ਫਿਰ ਉਹ ਗੋਰੇ ਅਫਸਰ ਨੇ ਜਿਹੜਾ ਸੀਗਾ ਇਹ ਆਦੇਸ਼ ਕਰ ਦਿੱਤਾ ਸੀਗਾ ਕਿ ਮਹਾਂਪੁਰਖਾਂ ਨੂੰ ਜਿਹੜਾ ਹੈਗਾ ਉਹ ਸੰਗਤਾਂ ਸਮੇਤ ਇਸ ਛਾਉਣੀ ਦੇ ਵਿੱਚ ਦਾਖਲ ਹੋਣ ਵਾਸਤੇ ਜਿਹੜਾ ਹੈ ਉਹ ਜੀ ਆਇਆਂ ਆਖ ਦਿਓ। ਉਸ ਤੋਂ ਬਾਅਦ ਜਦ ਇਹ ਜਿਹੜਾ ਸੁਨੇਹਾ ਸੀ ਬਾਬਾ ਈਸ਼ਰ ਸਿੰਘ ਹੋਣਾ ਨੇ ਦਿੱਤਾ ਸੀ, ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਕਿਹਾ ਸੀਗਾ ਕਿ ਦੀਵਾਨ ਤਾਂ ਜਿਹੜੇ ਭਾਵੇਂ ਆਪਾਂ ਫੌਜ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਰੱਖ ਲਈਏ, ਪਰ ਰਿਹਾਇਸ਼ ਕਹਿੰਦੇ ਅਸੀਂ ਹੈ ਨਾ ਬਾਹਰ ਪਟੜੀ ਦੇ ਕੰਢੇ 'ਤੇ ਜਿਹੜੀ ਨਹਿਰ ਹੈਗੀ ਇੱਥੇ ਰੱਖਣੀ ਹੈਗੀ ਆ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਪਣੀ ਜਿਹੜੀ ਗੱਡੀ ਸੀ ਉਹ ਨਹਿਰ ਦੇ ਕੰਢੇ ਦੇ ਉੱਤੇ ਖੜੀ ਰੱਖੀ ਅਤੇ ਦੀਵਾਨਾਂ ਦੀ ਹਾਜ਼ਰੀ ਜਿਹੜੀ ਸੀਗੀ ਉਹ ਸਭ ਤੋਂ ਪਹਿਲਾਂ ਇਸ ਛਾਉਣੀ ਦਾ ਜਿਹੜਾ ਗੁਰਦੁਆਰਾ ਸੀਗਾ ਉਹਦੇ ਵਿੱਚ ਆਰੰਭੀ ਸੀ। ਜਦ ਇਹ ਦੀਵਾਨ ਦੀ ਜਿਹੜੀ ਪਹਿਲੀ ਸ਼ੁਰੂਆਤ ਹੋਈ ਸੀ ਉਸ ਟਾਈਮ ਜਿਹੜੇ ਸੀ ਹਜ਼ਾਰਾਂ ਸੰਗਤਾਂ ਦਾ ਇਕੱਠ ਇਸ ਗੁਰਦੁਆਰੇ ਛਾਉਣੀ ਸਾਹਿਬ ਦੇ ਵਿਖੇ ਹੋਇਆ ਸੀਗਾ। ਜਦ ਛਾਉਣੀ ਦੇ ਵਿੱਚ ਹੋਇਆ ਸੀਗਾ ਫਿਰ ਉਸ ਟਾਈਮ ਜਿਹੜੇ ਰਾਗੀ ਸਿੰਘ ਸੀਗੇ ਉਹਨਾਂ ਨੇ ਜਿਹੜੀ ਸੀ ਇੱਕ ਧਾਰਨਾ ਪੜ੍ਹੀ ਸੀ। ਜਦੋਂ ਧਾਰਨਾ ਪੜ੍ਹੀ ਸੀ, ਇਸ ਧਾਰਨਾ ਵਿੱਚ ਰਾਗੀ ਸਿੰਘਾਂ ਨੇ ਬੜੀ ਉੱਚੀ ਆਵਾਜ਼ ਦੇ ਵਿੱਚ ਇਹ ਧਾਰਨਾ ਪੜ੍ਹੀ ਆ ਕਿ ਲੱਗਾ ਭਰਮ ਦਾ ਜੰਦਰਾ ਗੁਰਾਂ ਬਿਨਾਂ ਨਾ ਕੋਈ ਖੋਲ੍ਹਦਾ। ਜਦ ਇਹ ਧਾਰਨਾ ਪੜ੍ਹੀ ਸੀ ਇੰਨਾ ਭਾਰੀ ਰਸ ਬਣਿਆ ਸੀਗਾ ਕਿ ਸੰਗਤਾਂ ਜਿਹੜੀਆਂ ਸੀ ਇਹਦੇ ਪਿੱਛੇ ਉੱਚੀ ਬੋਲਦੀਆਂ ਸੀ। ਇਸ ਧਾਰਨਾ ਤੋਂ ਬਾਅਦ ਫਿਰ ਰਾਗੀ ਸਿੰਘਾਂ ਨੇ ਜਿਹੜਾ ਸੀ ਕੁਛ ਟਾਈਮ ਕੀਰਤਨ ਕੀਤਾ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਸੰਗਤ ਦੇ ਵਿੱਚ ਕਥਾ ਕੀਤੀ ਸੀ। ਇਸ ਕਥਾ ਦੇ ਵਿੱਚ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਸੰਗਤਾਂ ਨੂੰ ਇਹ ਦੱਸਿਆ ਸੀਗਾ ਕਿ ਧੰਨ ਗੁਰੂ ਨਾਨਕ ਸਾਹਿਬ ਜਦ ਆਪਣੀ ਉਦਾਸੀ ਦੇ ਸਮੇਂ ਭੂਮੀਆਂ ਚੋਰ ਦੇ ਪਾਸ ਪਹੁੰਚੇ ਸੀਗੇ ਅਤੇ ਕਿਵੇਂ ਭੂਮੀਆਂ ਚੋਰ ਨੇ ਜਿਹੜੇ ਸੀਗੇ ਉਹ ਕਈ ਤਰ੍ਹਾਂ ਦੇ ਮੇਵੇ ਪਦਾਰਥ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਖਾਣ ਵਾਸਤੇ ਦਿੱਤੇ ਸੀ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭੂਮੀਆਂ ਚੋਰ ਨੂੰ ਆਖਿਆ ਸੀਗਾ ਕਿ ਸਾਨੂੰ ਸਭ ਤੋਂ ਪਹਿਲਾਂ ਇਹ ਦੱਸ ਕਿ ਤੂੰ ਕੰਮ ਕੀ ਕਰਦਾ, ਕਿੱਤਾ ਤੇਰਾ ਕੀ ਆ।
ਫਿਰ ਭੂਮੀਆ ਚੋਰ ਜਿਹੜਾ ਸੀ ਨਿਰ ਉੱਤਰ ਹੋ ਗਿਆ ਸੀਗਾ। ਫਿਰ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਜੇ ਤੂੰ ਸੱਚ ਬੋਲੂੰਗਾ ਤਾਂ ਤੇਰਾ ਅਸੀਂ ਭੋਜਨ ਛਕਾਂਗੇ, ਜੇ ਤੂੰ ਝੂਠ ਬੋਲਿਆ ਫਿਰ ਅਸੀਂ ਚਲੇ ਜਾਣਾ ਹੈਗਾ। ਫਿਰ ਭੂਮੀਆ ਚੋਰ ਨੇ ਕਿਵੇਂ ਸੱਚ ਦੱਸਿਆ ਸੀਗਾ ਕਿ ਉਹਨੇ ਆਪਣੀ ਜੀਵਨ ਦੇ ਵਿੱਚ ਜਿਹੜੀ ਸਾਰੀ ਜ਼ਿੰਦਗੀ ਆ ਉਹ ਚੋਰੀ ਜਾਂ ਹੇਰੀ ਫੇਰੀਆਂ ਦੇ ਵਿੱਚ ਬਤੀਤ ਕਰ ਦਿੱਤੀ ਆ। ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭੂਮੀਆ ਚੋਰ ਤੋਂ 3 ਵਚਨ ਲਏ ਸੀ। ਪਹਿਲਾ ਵਚਨ ਇਹ ਲਿਆ ਸੀਗਾ ਕਿ ਤੈਂ ਜ਼ਿੰਦਗੀ 'ਚ ਝੂਠ ਨਹੀਂ ਬੋਲਣਾ। ਦੂਸਰਾ ਵਚਨ ਲਿਆ ਸੀ ਕਿ ਤੈਂ ਲੂਣ ਖਾ ਕੇ ਹਰਾਮ ਨਹੀਂ ਕਰਨਾ। ਅਤੇ ਤੀਸਰਾ ਵਚਨ ਜਿਹੜਾ ਸੀਗਾ ਉਹ ਇਹ ਲਿਆ ਸੀਗਾ ਕਿ ਤੈਂ ਜ਼ਿੰਦਗੀ 'ਚ ਗਰੀਬ ਮਾਰ ਨਹੀਂ ਕਰਨੀ। ਸੋ ਤਿੰਨੇ ਵਚਨ ਭੂਮੀਆ ਚੋਰ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦਿੱਤੇ ਸੀ ਕਿ ਮੈਂ ਤਿੰਨਾਂ ਵਚਨਾਂ ਉੱਤੇ ਦ੍ਰਿੜਤਾ ਦੇ ਨਾਲ ਪਹਿਰਾ ਦਊਂਗਾ। ਉਸ ਤੋਂ ਬਾਅਦ ਦੇਖੋ ਇਹ ਜਿਹੜਾ ਭੂਮੀਆ ਚੋਰ ਸੀਗਾ ਉਹ ਫਿਰ ਸੰਤ ਹੋ ਗਿਆ ਸੀਗਾ। ਇਹ ਜਦੋਂ ਸਾਖੀ ਬਾਬਾ ਈਸ਼ਰ ਸਿੰਘ ਹੁਣੇ ਸੰਗਤਾਂ ਨੂੰ ਸੁਣਾਈ ਸੀ, ਸੰਗਤਾਂ ਨੇ ਬੜੀ ਰੀਝ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਇਹ ਵਚਨ ਸੁਣੇ ਸੀ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਜਿਹੜੇ ਸੀਗੇ ਉਹ ਵਾਪਸ ਜਿਹੜੇ ਸੀ ਉਹ ਪਟੜੀ ਦੇ ਉੱਤੇ ਪਹੁੰਚ ਗਏ। ਜਦ ਨਹਿਰ ਦੀ ਪਟੜੀ 'ਤੇ ਪਹੁੰਚੇ, ਰਾਤ ਬਾਬਾ ਈਸ਼ਰ ਸਿੰਘ ਹੁਣਾਂ ਨੇ ਗੱਡੀ 'ਚ ਬਿਤਾਈ। ਜਦ ਗੱਡੀ 'ਚ ਬਿਤਾਈ ਅਗਲਾ ਦਿਨ ਹੋਇਆ ਅਤੇ ਫਿਰ ਜਿਹੜਾ ਗੋਰਾ ਜਰਨਲ ਸੀਗਾ ਉਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਪਟੜੀ 'ਤੇ ਪਹੁੰਚਾ। ਜਦ ਇੱਥੇ ਪਟੜੀ 'ਤੇ ਆਇਆ ਸੀ ਫਿਰ ਬਾਬਾ ਜੀ ਨੂੰ ਪੁੱਛਿਆ ਸੀਗਾ ਕਿ ਕੱਲ੍ਹ ਜਿਹੜਾ ਦੀਵਾਨ ਲੱਗਾ ਸੀਗਾ ਉਹਦੇ ਵਿੱਚ ਜਿਹੜੀ ਕਥਾ ਕੀਰਤਨ ਹੋਈ ਸੀ ਤੁਹਾਨੂੰ ਕੁਛ ਸਮਝ ਆਈ? ਫਿਰ ਉਸ ਗੋਰੇ ਅਫਸਰ ਨੇ ਜਿਹੜੇ ਸੀ ਬਾਬਾ ਜੀ ਨੂੰ ਦੱਸਿਆ ਸੀਗਾ ਕਿ ਚਾਹੇ ਮੈਨੂੰ ਜਿਹੜੀ ਇਹ ਬਹੁਤੀ ਸਮਝ ਤਾਂ ਨਹੀਂ ਪਈ, ਪਰ ਆਪ ਨੇ ਜੋ ਵੀ ਕਥਾ ਕੀਤੀ, ਕੀਰਤਨ ਕੀਤਾ, ਇਹਦੇ ਵਿੱਚ ਆਨੰਦ ਬਹੁਤ ਆਇਆ। ਜਦ ਇੰਨੀ ਗੱਲ ਹੋਈ ਸੀ ਫਿਰ ਬਾਬਾ ਜੀ ਮੁਸਕਰਾ ਕੇ ਸੰਗਤਾਂ ਨੂੰ ਕਹਿਣ ਲੱਗੇ, ਕਹਿੰਦੇ ਦੇਖੋ ਭਾਈ, ਇੱਕ ਸੱਪ ਹੈਗਾ, ਕਹਿੰਦੇ ਵੀ ਜਿਹੜਾ ਸੱਪ ਹੈਗਾ ਜਦ ਜੋਗੀ ਬੀਨ ਵਜਾਉਂਦਾ ਉਹ ਬੀਨ ਦੀ ਜਿਹੜੀ ਆਵਾਜ਼ ਉਹਦੇ ਉੱਤੇ ਬੜਾ ਝੂਮਦਾ ਹੈਗਾ, ਪਰ ਸੱਪ ਨੂੰ ਬੀਨ ਦੇ ਵਿੱਚ ਜਿਹੜੀ ਚੱਲ ਰਹੀ ਆਵਾਜ਼ ਹੈਗੀ ਆ ਜਾਂ ਜੋ ਚੱਲ ਰਿਹਾ ਰਾਗ ਹੈਗਾ ਉਹਦੀ ਸਮਝ ਨਹੀਂ ਹੈ, ਪਰ ਬੀਨ ਦੀ ਮਸਤੀ ਦੇ ਵਿੱਚ ਸੱਪ ਜਿਹੜਾ ਝੂਮਦਾ ਹੈਗਾ। ਇਸ ਕਰਕੇ ਫਿਰ ਮਹਾਂਪੁਰਖ ਨੇ ਆਖਿਆ ਸੀਗਾ ਕਿ ਗੁਰਬਾਣੀ ਵੀ ਜਿਹੜੀ ਹੈ ਉਹ ਇਸ ਤਰ੍ਹਾਂ ਹੈਗੀ ਆ ਕਿ ਚਾਹੇ ਕਿਸੇ ਨੂੰ ਸਮਝ ਨਾ ਆਵੇ ਇਹਨਾਂ ਲਫ਼ਜ਼ਾਂ ਦੀ, ਪਰ ਫਿਰ ਵੀ ਉਹਨਾਂ ਨੂੰ ਆਨੰਦ ਡਾਢਾ ਆਉਂਦਾ ਹੈਗਾ। ਉਸ ਤੋਂ ਬਾਅਦ ਫਿਰ ਇੱਥੇ ਜਿਹੜੇ ਸੀ ਜਦ ਦੀਵਾਨ ਫਿਰ ਦੁਬਾਰਾ ਲੱਗਦੇ ਰਹੇ। ਫਿਰ ਉਹਨਾਂ ਟਾਈਮਾਂ ਦੇ ਵਿੱਚ ਇੱਕ ਫੌਜੀ ਜਿਹਦਾ ਨਾਂ ਉਜਾਗਰ ਸਿੰਘ ਸੀ, ਉਹ ਬਾਬਾ ਈਸ਼ਰ ਸਿੰਘ ਹੁਣਾਂ ਦੇ ਪਾਸ ਨਹਿਰ ਦੀ ਪਟੜੀ 'ਤੇ ਪਹੁੰਚਿਆ ਸੀ। ਜਦ ਪਹੁੰਚਿਆ ਇਹਨੇ ਆ ਕੇ ਬਾਬਾ ਈਸ਼ਰ ਸਿੰਘ ਨੂੰ ਮੱਥਾ ਟੇਕਿਆ। ਮੱਥਾ ਟੇਕ ਕੇ ਫਿਰ ਬਾਬਾ ਈਸ਼ਰ ਸਿੰਘ ਨੂੰ ਬੇਨਤੀ ਕੀਤੀ। ਕਹਿਣ ਲੱਗੇ ਮਹਾਂਪੁਰਖ ਮੈਂ ਆਪ ਜੀ ਦੇ ਅੱਗੇ ਇੱਕ ਬੇਨਤੀ ਕਰਨੀ ਆ। ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਕਿ ਦੱਸ ਕੀ ਕਰਨੀ ਆ? ਤਾਂ ਫਿਰ ਉਹ ਜਿਹੜਾ ਉਜਾਗਰ ਸਿੰਘ ਸੀਗਾ ਉਹਨਾਂ ਨੇ ਸੰਤ ਈਸ਼ਰ ਸਿੰਘ ਨੂੰ ਕਿਹਾ ਸੀਗਾ ਕਿ ਭਾਈ ਜੰਗ ਜਿਹੜੀ ਆ ਬਾਬਾ ਜੀ ਛਿੜੀ ਹੋਈ ਆ ਅਤੇ ਜੰਗ ਦੇ ਵਿੱਚ ਇੱਥੋਂ ਫੌਜੀ ਜਵਾਨ ਛਾਉਣੀ ਤੋਂ ਜੰਗ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਆ, ਅਤੇ ਜਿਹੜੇ ਜਾ ਰਹੇ ਉਹਨਾਂ ਵਿੱਚੋਂ ਮੇਰਾ ਨਾਮ ਵੀ ਲਿਸਟ 'ਚ ਆ ਗਿਆ ਹੈਗਾ। ਜਦ ਇੰਨੀ ਗੱਲ ਫਿਰ ਬਾਬਾ ਈਸ਼ਰ ਸਿੰਘ ਕਹਿਣ ਲੱਗੇ, ਕਹਿੰਦੇ ਵੀ ਜਾਗਰ ਸਿੰਘ ਤੂੰ ਕਹਿਣਾ ਕੀ ਚਾਹੁੰਦਾ ਹੈਗਾ? ਫਿਰ ਜਾਗਰ ਸਿੰਘ ਕਹਿਣ ਲੱਗਾ ਬਸ ਤੁਸੀਂ ਕਿਰਪਾ ਕਰੋ ਕਿ ਮੈਂ ਜੰਗ ਦੇ ਵਿੱਚ ਨਾ ਜਾਵਾਂ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਜਿਹੜੇ ਸੀਗੇ ਫਿਰ ਉਹਦੀ ਇਹ ਗੱਲ ਸੁਣ ਕੇ ਜਿਹੜੇ ਸੀ ਚੁੱਪ ਕਰਕੇ ਗੰਭੀਰ ਹੋ ਗਏ। ਫਿਰ ਬਾਬਾ ਜੀ ਨੇ ਕਿਹਾ, ਕਹਿੰਦੇ ਵੀ ਸੱਚ ਦੱਸ ਜਾਗਰ ਸਿੰਘ, ਤੂੰ ਇਹ ਦੱਸ ਵੀ ਤੇਰਾ ਪਿੰਡ ਕਿਹੜਾ ਹੈਗਾ? ਫਿਰ ਜਾਗਰ ਸਿੰਘ ਨੇ ਦੱਸਿਆ ਸੀਗਾ ਜੀ ਮੇਰਾ ਜਿਹੜਾ ਪਿੰਡ ਹੈਗਾ ਉਹ ਕਲੇਰੀ ਆ। ਜਦ ਇੰਨੀ ਗੱਲ ਹੋਈ ਬਾਬਾ ਜੀ ਨੇ ਕਿਹਾ ਵੀ ਤੂੰ ਕਿਹਦਾ ਪੁੱਤਰ ਆ? ਅਤੇ ਫਿਰ ਇਹਨੇ ਦੱਸਿਆ ਸੀਗਾ ਕਿ ਮੈਂ ਰਾਮ ਸਿੰਘ ਰਠੌਰ ਦਾ ਪੁੱਤਰ। ਜਦ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਅੱਛਾ, ਕਹਿੰਦੇ ਵੀ ਪਿੰਡ ਵੀ ਤੇਰਾ ਕਲੇਰੀ ਆ ਅਤੇ ਤੇਰੇ ਬਾਪੂ ਦਾ ਨਾਮ ਵੀ ਬੜਾ ਉੱਚਾ ਹੈਗਾ, ਪਰ ਸਾਨੂੰ ਤੂੰ ਇਹ ਦੱਸ ਕਿ ਜਦ ਤੂੰ ਫੌਜ 'ਚ ਭਰਤੀ ਹੋਇਆ ਸੀ ਕੀ ਸੋਚ ਕੇ ਹੋਇਆ ਸੀਗਾ? ਜਦ ਇੰਨੀ ਗੱਲ ਹੋਈ ਤਾਂ ਫਿਰ ਉਜਾਗਰ ਸਿੰਘ ਨੂੰ ਕੋਈ ਜਿਹੜਾ ਸੀਗਾ ਜਵਾਬ ਨਹੀਂ ਆਇਆ। ਅਤੇ ਬਾਬਾ ਜੀ ਨੇ ਫਿਰ ਦੂਸਰਾ ਸਵਾਲ ਇਸ ਨੂੰ ਕੀਤਾ, ਕਹਿੰਦੇ ਇਹ ਦੱਸ ਕਿ ਜਦੋਂ ਤੂੰ ਫੌਜ 'ਚ ਭਰਤੀ ਹੋਇਆ ਸੀਗਾ ਉਸ ਟਾਈਮ ਫੌਜ ਦੇ ਜਿਹੜੇ ਮੇਨ ਜਵਾਨ ਸੀ ਉਹਨਾਂ ਨੇ ਤੈਨੂੰ ਕੋਈ ਸਹੁੰ ਵੀ ਚੁਕਾਈ ਸੀ? ਫਿਰ ਉਜਾਗਰ ਸਿੰਘ ਨੇ ਦੱਸਿਆ ਜੀ ਹਾਂਜੀ ਸਹੁੰ ਵੀ ਮੈਂ ਚੁੱਕੀ ਸੀ। ਕਹਿੰਦੇ ਕੀ ਸਹੁੰ ਚੁੱਕੀ ਸੀ? ਕਹਿੰਦੇ ਸਹੁੰ ਮੈਂ ਇਹ ਚੁੱਕੀ ਸੀ ਵੀ ਜਦ ਵੀ ਕਦੇ ਲੋੜ ਪਵੇ ਹੈ ਨਾ ਅਤੇ ਮੇਰਾ ਜਿਹੜਾ ਸਰੀਰ ਵਾ ਮੈਂ ਇਹ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟੂੰਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਅੱਛਾ ਤੈਂ ਸਹੁੰ ਵੀ ਚੁੱਕੀ ਹੈ ਅਤੇ ਦੂਸਰਾ ਇਹ ਦੱਸ ਵੀ ਕਿੰਨਾ ਚਿਰ ਤੈਂ ਨੌਕਰੀ ਕੀਤੀ? ਫਿਰ ਜਾਗਰ ਸਿੰਘ ਨੇ ਕਿਹਾ ਜੀ ਬਹੁਤ ਸਮਾਂ ਫੌਜ 'ਚ ਨੌਕਰੀ ਕੀਤੀ। ਬਾਬਾ ਜੀ ਨੇ ਕਿਹਾ ਵੀ ਅੱਛਾ ਵੀ ਤੈਂ ਸਹੁੰ ਵੀ ਚੁੱਕੀ ਆ ਅਤੇ ਲੂਣ ਖਾ ਕੇ ਇੰਨਾ ਚਿਰ, ਹੁਣ ਤੂੰ ਕਹਿੰਦੇ ਜਦ ਲੋੜ ਪਈ ਆ ਅਤੇ ਇਹਨਾਂ ਵਚਨਾਂ ਤੋਂ ਪਿੱਛੇ ਦੌੜਦਾ ਹੈਗਾ। ਕਹਿੰਦੇ ਵੀ ਇਹ ਸੂਰਮ ਦਾ ਕੰਮ ਨਹੀਂ ਆ, ਇਹ ਤਾਂ ਅਕਿਰਤਕਣਾ ਦਾ ਕੰਮ ਹੈ। ਜਦ ਇੰਨੀ ਗੱਲ ਹੋਈ ਸੀ ਫਿਰ ਉਜਾਗਰ ਸਿੰਘ ਜਿਹੜਾ ਸੀ ਚੁੱਪ ਕਰ ਗਿਆ ਸੀਗਾ। ਫਿਰ ਬਾਬਾ ਜੀ ਨੇ ਉਸ ਨੂੰ ਆਖਿਆ ਸੀ, ਕਹਿੰਦੇ ਭਾਈ ਹੁਣ ਸਮਾਂ ਸੀਗਾ ਜਦੋਂ ਤੈਨੂੰ ਇਹ ਕਰਜ਼ ਚੁਕਾਉਣਾ ਪੈਣਾ ਸੀਗਾ, ਚਾਹੇ ਤੇਰੀ ਸ਼ਹੀਦੀ ਵੀ ਫੌਜ 'ਚ ਹੁੰਦੀ ਤੈਨੂੰ ਇਹ ਸ਼ਹੀਦੀ ਹੱਸ ਕੇ ਦੇਣੀ ਚਾਹੀਦੀ ਸੀਗੀ। ਇਸ ਤਰ੍ਹਾਂ ਜੰਗ ਦੇ ਮੈਦਾਨ ਤੋਂ ਪਹਿਲੇ ਤੂੰ ਪਿੱਠ ਦਿਖਾ ਕੇ ਭੱਜਣਾ ਇਹ ਕੈਰਤਾ ਦਾ ਕੰਮ ਹੈਗਾ। ਅਤੇ ਦੂਸਰੀ ਫਿਰ ਬਾਬਾ ਜੀ ਨੇ ਆਖਿਆ ਸੀਗਾ, ਕਹਿੰਦੇ ਦੇਖ ਭਾਈ ਤੂੰ ਸਾਡੇ ਪਾਸ ਆਇਆ ਇੱਥੇ ਅਤੇ ਸਾਨੂੰ ਤੂੰ ਕਹਿ ਰਿਹਾ ਹੈਗਾ ਤੁਸੀਂ ਸਾਡੀ ਹਾਮੀ ਭਰ ਦਿਓ ਕਿ ਮੈਂ ਜੰਗ 'ਚ ਨਾ ਜਾਵਾਂ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਚੋਰ ਦੀ ਹਾਮਾ ਤਾਂ ਕੋਈ ਨਹੀਂ ਭਰਦਾ ਹੈਗਾ, ਅਸੀਂ ਤੇਰੀ ਹਾਮੀ ਕਿਵੇਂ ਭਰ ਦਈਏ? ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਕਿਹਾ ਸੀ, ਕਹਿੰਦੇ ਦੇਖ ਤੂੰ ਜ਼ਰੂਰ ਆਇਆ ਸਾਡੇ ਪਾਸ, ਪਰ ਅਸੀਂ ਤੇਰੀ ਕਿਸੇ ਵੀ ਗੱਲ ਦੇ ਵਿੱਚ ਕੋਈ ਦਖਲ ਨਹੀਂ ਦੇਣਾ, ਜਿਵੇਂ ਤੇਰੀ ਮਰਜ਼ੀ ਹੈ ਤੂੰ ਉਵੇਂ ਕਰ ਲੈ। ਉਸ ਤੋਂ ਬਾਅਦ ਇਹ ਕਹਿ ਕੇ ਨੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਜਾਗਰ ਸਿੰਘ ਨੂੰ ਤੋਰ ਦਿੱਤਾ ਸੀਗਾ।
ਜਦ ਉਜਾਗਰ ਸਿੰਘ ਅੱਗੇ ਗਿਆ, ਅੱਗੇ ਹੈ ਨਾ ਸੰਤ ਬਾਬਾ ਹਰੀ ਸਿੰਘ ਹੋਣੀ ਜਿਹੜੇ ਸੀ ਉਹ ਖੜ੍ਹੇ ਸੀ, ਤਾਂ ਉਹਨਾਂ ਦੇ ਨਾਲ ਮਹਾਂਪੁਰਖ ਬਾਬਾ ਈਸ਼ਰ ਸਿੰਘ ਹੋਣਾ ਦਾ ਇੱਕ ਗੜਵਈ ਖੜਾ ਸੀਗਾ। ਜਦ ਇਹ ਦੋਨੇ ਜਾਣੇ ਖੜ੍ਹੇ ਸੀਗੇ ਤੇ ਇਹਨਾਂ ਨੇ ਜਿਹੜਾ ਸੀਗਾ ਫਿਰ ਉਜਾਗਰ ਸਿੰਘ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਬਾਬਾ ਹਰੀ ਸਿੰਘ ਹੋਣਾ ਨੇ ਇਸ ਨੂੰ ਆਖਿਆ ਸੀ, ਕਹਿੰਦੇ ਦੇਖ ਭਾਈ, ਅਗਰ ਤੂੰ ਬਾਬਾ ਜੀ ਦੇ ਪਾਸ ਜਾਣਾ ਸੀਗਾ ਤੇ ਕਮ ਸੇ ਕਮ ਤੂੰ ਸਾਨੂੰ ਪੁੱਛਦਾ ਲੈਂਦਾ, ਸੀ ਤੈਨੂੰ ਕੋਈ ਨਾ ਕੋਈ ਜੁਗਤੀ ਦੱਸ ਦਈਏ। ਜਦ ਇੰਨੀ ਗੱਲ ਹੋਈ ਸੀ ਫਿਰ ਇਹ ਜਿਹੜਾ ਉਜਾਗਰ ਸਿੰਘ ਆ ਚੁੱਪ ਕਰ ਗਿਆ ਸੀ। ਫਿਰ ਸੰਤ ਬਾਬਾ ਹਰੀ ਸਿੰਘ ਹੋਣਾ ਉਜਾਗਰ ਸਿੰਘ ਨੂੰ ਕਿਹਾ ਸੀ, ਕਹਿੰਦੇ ਦੇਖ ਭਾਈ, ਪਹਿਲੀ ਗੱਲ ਤਾਂ ਇਹ ਵੀ ਤੈਂ ਮਹਾਂਪੁਰਖਾਂ ਦੇ ਪਾਸ ਗਿਆ ਹੈਗਾ, ਬੇਨਤੀ ਕੀਤੀ ਹੈ, ਤੇਰਾ ਬੇਨਤੀ ਕਰਨ ਦਾ ਤਰੀਕਾ ਢੰਗ ਗਲਤ ਸੀਗਾ, ਤੂੰ ਗੱਲ ਤਾਂ ਕੀਤੀ ਪਰ ਮਹਾਂਪੁਰਖਾਂ ਦੀ ਪ੍ਰਸੰਨਤਾ ਨਹੀਂ ਲਈ। ਅਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਕਿ ਤੇਰਾ ਜਿਹੜਾ ਨੌਕਰੀ ਜਾਣ ਦਾ ਮਸਲਾ ਹੈਗਾ, ਤੂੰ ਭਾਵੇਂ ਜੰਗ 'ਚ ਨਹੀਂ ਜਾਊਂਗਾ, ਪਰ ਇੱਕ ਗੱਲ ਇਹ ਸੁਣ ਲੈ ਕਿ ਤੂੰ ਮਹਾਂਪੁਰਖਾਂ ਦੀ ਅਸਲੀ ਜਿਹੜੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਿਆ। ਕਿਉਂਕਿ ਤੈਨੂੰ ਕਿਸੇ ਨੇ ਯੁਕਤੀ ਨਹੀਂ ਦੱਸੀ ਗੱਲਬਾਤ ਕਰਨ ਦੀ। ਜਦ ਇੰਨੀ ਗੱਲ ਹੋਈ ਸੀ ਫਿਰ ਉਜਾਗਰ ਸਿੰਘ ਜਿਹੜਾ ਸੀਗਾ ਉਹ ਵਾਪਸ ਫਿਰ ਫੌਜ ਦੇ ਵਿੱਚ ਆ ਗਿਆ ਸੀ। ਜਦ ਫੌਜ 'ਚ ਆਇਆ ਅਤੇ ਜਦੋਂ ਜਵਾਨਾਂ ਦੇ ਜਾਣ ਦੀ ਜਿਹੜੀ ਲਿਸਟ ਤਿਆਰ ਹੋਈ, ਆਖਰੀ ਲਿਸਟ ਵਿੱਚ ਜਿਹੜਾ ਉਜਾਗਰ ਸਿੰਘ ਦਾ ਨਾਂ ਜਿਹੜਾ ਸੀਗਾ ਉਹ ਆਪਣੇ ਆਪ ਹੀ ਗਾਇਬ ਹੋ ਗਿਆ ਸੀਗਾ। ਜਦ ਉਜਾਗਰ ਸਿੰਘ ਦਾ ਨਾਮ ਗਾਇਬ ਹੋ ਗਿਆ, ਬਾਕੀ ਸਾਰੇ ਜਵਾਨ ਜਿਹੜੇ ਸੀ ਜੰਗ 'ਚ ਚਲੇ ਗਏ, ਪਰ ਜਿਹੜਾ ਉਜਾਗਰ ਸਿੰਘ ਸੀਗਾ ਇਹ ਛਾਉਣੀ ਵਿੱਚ ਹੀ ਰਹਿ ਗਿਆ। ਜਦ ਛਾਉਣੀ 'ਚ ਰਿਹਾ, ਉਸ ਤੋਂ ਬਾਅਦ ਫਿਰ ਇਹ ਜਿਹੜੀ ਪਲਾਟੂਨ ਸੀਗੀ ਇਹਦੀ ਜਿਹੜੀ ਬਦਲੀ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਇਹ ਹਲਵਾਰੇ ਪੰਜਾਬ ਦੇ ਵਿੱਚ ਹੋ ਗਈ ਸੀ। ਜਦ ਪੰਜਾਬ 'ਚ ਹੋ ਗਈ ਸੀ ਫਿਰ ਉਜਾਗਰ ਸਿੰਘ ਨੂੰ ਬੜਾ ਵਧੀਆ ਹੋ ਗਿਆ ਸੀਗਾ, ਕਿਉਂਕਿ ਇਹਨੇ ਉਹਨਾਂ ਟਾਈਮਾਂ 'ਚ ਇੱਕ ਨਵਾਂ ਸਾਈਕਲ ਲੈ ਲਿਆ ਸੀਗਾ ਅਤੇ ਛਾਉਣੀ ਤੋਂ ਜਿਹੜਾ ਸੀਗਾ ਰੋਜ਼ ਆਪਣੇ ਪਿੰਡ ਇੱਧਰ ਕਲੇਰੀ ਆ ਜਾਂਦਾ ਸੀਗਾ। ਜਦ ਕਲੇਰੀ ਘਰ ਮਿਲਣ ਆਉਂਦਾ ਸੀਗਾ ਅਤੇ ਇਹ ਜਿਹੜਾ ਸੀਗਾ ਫਿਰ ਇਸ ਤਰ੍ਹਾਂ ਕਰਦਾ ਕਰਦਾ ਇੱਕ ਦਿਨ ਕੀ ਹੋਇਆ, ਜਦ ਰਸਤੇ ਵਿੱਚ ਕਲੇਰਾ ਤੇ ਇੱਕ ਵਾਰੀ ਨਵੇਂ ਸਾਈਕਲ 'ਤੇ ਆ ਰਿਹਾ ਸੀਗਾ, ਰਸਤੇ ਦੇ ਵਿੱਚ ਫਿਰ ਇਹਨੂੰ ਡਾਕੂਆਂ ਨੇ ਘੇਰ ਲਿਆ ਸੀ। ਜਦ ਡਾਕੂ ਨੇ ਘੇਰ ਲਿਆ ਸੀਗਾ, ਉਹਨਾਂ ਨੇ ਫਿਰ ਉਜਾਗਰ ਸਿੰਘ ਤੋਂ ਜਿਹੜਾ ਨਵਾਂ ਬਾਈਸਾਈਕਲ ਸੀਗਾ ਉਹ ਮੰਗਿਆ ਸੀਗਾ ਕਿ ਇਹ ਸਾਈਕਲ ਤੂੰ ਸਾਨੂੰ ਦੇ ਦੇ, ਅਤੇ ਇਹ ਜਿਹੜਾ ਸਾਈਕਲ ਹੈਗਾ ਇਹ ਸਵੇਰੇ ਤੈਨੂੰ ਇਸੇ ਹੀ ਪੁਲ ਦੇ ਕੋਲੋਂ ਜਿਹੜਾ ਮਿਲ ਜਾਊਗਾ। ਜਦ ਇੰਨੀ ਗੱਲ ਹੋਈ ਸੀ, ਉਜਾਗਰ ਸਿੰਘ ਨੂੰ ਆਪਣੇ ਆਪ 'ਤੇ ਮਾਣ ਸੀਗਾ ਕਿ ਮੈਂ ਫੌਜੀ ਹਾਂ, ਦੂਸਰਾ ਜਵਾਨ ਹੈਗਾ। ਇਹਨੇ ਸਾਈਕਲ ਦੇਣ ਤੋਂ ਨਾਂਹ ਕਰ ਦਿੱਤੀ ਸੀ। ਜਦ ਸਾਈਕਲ ਦੇ ਤੋਂ ਨਾਂਹ ਕਰ ਦਿੱਤੀ ਅਤੇ ਉਹਨਾਂ ਡਾਕੂਆਂ ਦੇ ਨਾਲ ਫਿਰ ਉਜਾਗਰ ਸਿੰਘ ਦੀ ਝੜਪ ਹੋ ਗਈ ਸੀ। ਇਸ ਝੜਪ ਦੇ ਵਿੱਚ ਫਿਰ ਉਜਾਗਰ ਸਿੰਘ ਦੀ ਜਿਹੜੀ ਸੀਗੀ ਇਸੇ ਹੀ ਨਹਿਰ ਦੇ ਪੁਲ ਦੇ ਉੱਤੇ ਜਿਹੜੀ ਸੀ ਉਹ ਮੌਤ ਹੋ ਗਈ ਸੀ ਡਾਕੂਆਂ ਦੇ ਹੱਥੋਂ। ਜਦ ਫਿਰ ਮੌਤ ਡਾਕੂਆਂ ਦੇ ਹੱਥੋਂ ਹੋਈ ਸੀ, ਉਸ ਤੋਂ ਬਾਅਦ ਡਾਕੂ ਜਿਹੜੇ ਸੀਗੇ ਉਜਾਗਰ ਸਿੰਘ ਨੂੰ ਇੱਥੇ ਹੀ ਪੁਲ ਦੇ ਕੰਢੇ ਮਾਰ ਕੇ ਇਹਦਾ ਸਾਈਕਲ ਲੈ ਕੇ ਉਹਨਾਂ ਟਾਈਮਾਂ ਦੇ ਵਿੱਚ ਤਿੱਤਰ ਹੋ ਗਏ ਸੀਗੇ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖਾਂ ਦੇ ਪਾਸ ਅਗਰ ਕਿਸੇ ਅਸੀਂ ਕਾਰਜ ਵਾਸਤੇ ਜਾਈਏ ਤਾਂ ਫਿਰ ਭਾਈ ਸਭ ਤੋਂ ਪਹਿਲਾਂ ਸਾਨੂੰ ਮਹਾਂਪੁਰਖਾਂ ਦਾ ਵਚਨ ਮੰਨਣਾ ਚਾਹੀਦਾ ਹੈਗਾ। ਅਗਰ ਵਚਨ ਵੀ ਨਹੀਂ ਮੰਨਣਾ ਤਾਂ ਫਿਰ ਭਾਈ ਮਹਾਂਪੁਰਖਾਂ ਦੇ ਪਾਸ ਜਾਣ ਦਾ ਕੋਈ ਫਾਇਦਾ ਨਹੀਂ ਆ। ਇਸ ਕਰਕੇ ਭਾਈ ਅਗਰ ਅਸੀਂ ਮਹਾਂਪੁਰਖਾਂ ਦੇ ਪਾਸ ਜਾਈਏ ਅਤੇ ਉਹਨਾਂ ਦਾ ਵਚਨ ਮੰਨੀਏ ਅਤੇ ਉਹਨਾਂ ਦੀ ਪ੍ਰਸੰਨਤਾ ਹਾਸਲ ਕਰੀਏ, ਫਿਰ ਹੀ ਜਿਹੜਾ ਕਾਰਜ ਹੈਗਾ ਉਹ ਸਿਰੇ ਚੜ੍ਹ ਸਕਦਾ ਹੈਗਾ। ਸੋ ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਦੀਵਾਨ ਦੇ ਵਿੱਚ ਮਹਾਂਪੁਰਖਾਂ ਦੇ ਜਿਹੜੇ ਕੀਰਤਨੀय ਸਿੰਘ ਸੀ ਉਹਨਾਂ ਨੇ ਜਿਹੜੀ ਹਾਜ਼ਰੀ ਭਰੀ ਸੀ, ਇਸ ਹਾਜ਼ਰੀ ਵਿੱਚ ਉਹਨਾਂ ਨੇ ਇੱਕ ਸ਼ਬਦ ਗਾਇਨ ਕੀਤਾ ਸੀਗਾ ਕਿ ਜਿਨ ਪ੍ਰੇਮ ਕੀ ਤਿਨ ਹੀ ਪ੍ਰਭ ਪਾਇਓ। ਜਦ ਇਹ ਜਿਹੜਾ ਸ਼ਬਦ ਸੀਗਾ ਇਹ ਕੀਰਤਨ ਨੇ ਪੜ੍ਹਿਆ ਸੀਗਾ, ਇਸ ਸ਼ਬਦ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਕੀਰਤਨ ਨੂੰ ਇਸ਼ਾਰਾ ਕਰ ਦਿੱਤਾ ਕਿ ਤੁਸੀਂ ਇਹ ਸ਼ਬਦ ਪੜ੍ਹਨਾ ਹੁਣ ਬੰਦ ਕਰ ਦਿਓ। ਜਦੋਂ ਕੀਰਤਨ ਨੇ ਸ਼ਬਦ ਪੜ੍ਹਨਾ ਬੰਦ ਕੀਤਾ ਅਤੇ ਉਸ ਟਾਈਮ ਫਿਰ ਸਾਰਾ ਦੀਵਾਨ ਦੇ ਵਿੱਚ ਸਨਾਟਾ ਛਾ ਗਿਆ। ਉਸ ਤੋਂ ਬਾਅਦ ਫਿਰ ਬਾਬਾ ਜੀ ਦੇ ਪਾਸ ਇੱਕ ਭਾਈ ਰਤਨ ਸਿੰਘ ਸੀਗੇ। ਜਦ ਰਤਨ ਸਿੰਘ ਸੀ, ਬਾਬਾ ਜੀ ਨੇ ਰਤਨ ਸਿੰਘ ਵੱਲ ਇਸ਼ਾਰਾ ਕਰਦਿਆਂ ਰਤਨ ਸਿੰਘ ਨੂੰ ਪੁੱਛਿਆ, ਕਹਿਣ ਲੱਗੇ ਵੀ ਰਤਨ ਸਿੰਘ ਸਾਨੂੰ ਇਹ ਦੱਸ ਵੀ ਕੀ ਸ਼ਬਦ ਪੜ੍ਹਿਆ ਹੈਗਾ। ਅਤੇ ਫਿਰ ਰਤਨ ਸਿੰਘ ਕਹਿਣ ਲੱਗਾ ਜੀ ਅਸੀਂ ਸ਼ਬਦ ਪੜ੍ਹਿਆ ਕਿ ਜਿਹਨੂੰ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦ ਇੰਨੀ ਬੇਨਤੀ ਕੀਤੀ ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਸਾਨੂੰ ਇਹ ਦੱਸ ਕਿ ਪ੍ਰੇਮ ਦਾ ਸਰੂਪ ਕੀ ਆ। ਜਦ ਇਹ ਸਵਾਲ ਬਾਬਾ ਜੀ ਨੇ ਕੀਤਾ ਸੀਗਾ, ਰਤਨ ਸਿੰਘ ਜਿਹੜਾ ਸੀ ਸੁਣ ਕੇ ਹੈਰਾਨ ਹੋ ਗਿਆ, ਚੁੱਪ ਕਰ ਗਿਆ। ਅਤੇ ਫਿਰ ਬਾਬਾ ਜੀ ਨੇ ਆਖਿਆ, ਕਹਿੰਦੇ ਭਾਈ ਤੂੰ ਚੁੱਪ ਕਰ ਗਿਆ, ਕੋਈ ਜਵਾਬ ਤਾਂ ਦੇ ਵੀ ਜਿਹੜਾ ਸ਼ਬਦ ਹੈਗਾ ਇਹਦਾ ਸਰੂਪ ਕੀ ਆ, ਇਸ ਸ਼ਬਦ ਦਾ ਜਿਹੜਾ ਹੈ ਨਾ ਰੂਪ ਰੇਖ ਕੀ ਹੈਗਾ। ਜਦ ਇਸ ਤਰ੍ਹਾਂ ਦੇ ਵਚਨ ਕੀਤੇ ਅਤੇ ਫਿਰ ਰਤਨ ਸਿੰਘ ਜਿਹੜਾ ਸੀ ਕਈ ਚਿਰ ਸੋਚਦਾ ਰਿਹਾ। ਸੋਚਦਾ ਕਹਿਣ ਲੱਗਾ, ਜੀ ਨਿਰ ਇੱਛਤ ਰੱਬ ਦੇ ਨਾਲ ਪਿਆਰ ਕਰਨਾ ਇਸ ਨੂੰ ਹੈ ਨਾ ਪ੍ਰੇਮ ਕਹਿੰਦੇ ਆ, ਕਿ ਬਿਨਾਂ ਇੱਛਾ ਤੋਂ ਪਰਮੇਸ਼ਰ ਨਾਲ ਪਿਆਰ ਕਰਨਾ। ਜਦ ਇੰਨੀ ਗੱਲ ਹੋਈ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਇਹ ਦੱਸ, ਕਿਉਂਕਿ ਉਹ ਕੀਰਤਨ ਸਿੰਘ ਉਹ ਕੀਰਤਨ ਕਰਦਾ ਹੈਗਾ, ਪਰ ਅੰਦਰ ਉਹਦੇ ਜਿਹੜੇ ਕੀਰਤਨ ਦੇ ਵਿੱਚ ਭਾਵਨਾ ਬਣੀ ਆ ਕਿ ਮੈਨੂੰ ਮਾਇਆ ਮਿਲੇ, ਵੱਧ ਤੋਂ ਵੱਧ ਮੈਨੂੰ ਪਦਾਰਥ ਮਿਲਣ। ਇੱਕ ਜਿਹੜਾ ਸੇਵਾਦਾਰ ਹੈਗਾ ਉਹ ਬਰਤਨਾਂ ਦੀ ਸੇਵਾ ਕਰਦਾ, ਉਹਦੇ ਮਨ ਦੇ ਵਿੱਚ ਵੀ ਕੋਈ ਨਾ ਕੋਈ ਇੱਛਾ ਹੈਗੀ ਆ। ਕੋਈ ਝਾੜੂ ਮਾਰਦਾ, ਉਹਦੇ ਮਨ ਦੇ ਵਿੱਚ ਵੀ ਇੱਛਾ ਹੈ। ਜਿੰਨੇ ਸੇਵਾਦਾਰਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੁੰਦਾ ਹੈਗਾ। ਅਤੇ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਇਹ ਜਿਹੜੇ ਸੇਵਾਦਾਰ ਹੈਗੇ ਉਹ ਦੇਖਣ ਨੂੰ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈਗਾ ਕਿ ਇਹ ਬੜੇ ਪ੍ਰੇਮ ਨਾਲ ਸੇਵਾ ਕਰਦੇ ਆ, ਪਰ ਅੰਦਰ ਇਹਨਾਂ ਦੇ ਕੋਈ ਨਾ ਕੋਈ ਇੱਛਾ ਹੈਗੀ ਹੈ। ਇਹ ਸਾਨੂੰ ਕਿਵੇਂ ਪਤਾ ਲੱਗੂ?
ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਜਿਹੜਾ ਰਤਨ ਸਿੰਘ ਸੀਗਾ ਹੈ ਨਾ, ਇਹ ਫਿਰ ਚੁੱਪ ਕਰ ਗਿਆ ਸੀ। ਤਾਂ ਫਿਰ ਆਪ ਹੀ ਚੁੱਪ ਕਰਕੇ ਕਹਿਣ ਲੱਗਾ ਕਿ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ, ਤੁਸੀਂ ਕਿਰਪਾ ਕਰੋ। ਫਿਰ ਮਹਾਂਪੁਰਖਾਂ ਨੇ ਜਿਹੜਾ ਸੀਗਾ ਉਹ ਇੱਕ ਸ਼ਬਦ ਦੀ ਜਿਹੜੀ ਸੀ ਉਹ ਵਿਆਖਿਆ ਕਰਕੇ ਦੱਸਿਆ ਸੀਗਾ ਕਿ ਜਿਵੇਂ ਫਰੀਦਾ ਜੇ ਲਵ ਤਾਂ ਨੇ ਕਿਹਾ ਲੱਭ ਤਾਂ ਕੂੜਾ ਨੇ, ਕਿਚਰ ਝਰਤ ਲੰਘਾਈਏ ਛੱਪੜ ਟੁੱਟੇ ਮੇ। ਜਦ ਮਹਾਂਪੁਰਖਾਂ ਨੇ ਇਹ ਸ਼ਬਦ ਜਿਹੜਾ ਪੜ੍ਹਿਆ ਸੀਗਾ ਉਹਦੇ ਵਿੱਚ ਫਿਰ ਬਾਬਾ ਜੀ ਨੇ ਜਿਹੜੀ ਸੀ ਵਿਆਖਿਆ ਕੀਤੀ ਸੀ ਕਿ ਜਿਵੇਂ ਵੇਦ ਵਿਆਸ ਜਿਹੜੇ ਆ ਉਹਨਾਂ ਨੇ ਜਿਹਨਾਂ ਸਮਿਆਂ ਦੇ ਵਿੱਚ ਵੇਦਾਂ ਦੀ ਜਿਹੜੀ ਸੀ ਉਹ ਵਿਆਖਿਆ ਕੀਤੀ ਸੀ, ਉਸ ਤੋਂ ਬਾਅਦ ਜਿੰਨੇ ਵੀ ਜਿਹੜੇ ਰਿਸ਼ੀ ਮੁਨੀ ਸੀਗੇ ਉਹ ਵੇਦ ਵਿਆਸ ਜੀ ਦੇ ਪਾਸ ਆਏ ਸੀ ਅਤੇ ਪਾਸ ਆ ਕੇ ਉਹਨਾਂ ਨੇ ਵੇਦ ਵਿਆਸ ਜੀ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਜਿੰਨੇ ਵੀ ਵੇਦ ਆ ਇਹਨਾਂ ਦੀ ਵਿਆਖਿਆ ਕੀਤੀ ਆ ਅਤੇ ਸਾਨੂੰ ਇਹ ਦੱਸੋ ਕਿ ਜਿੰਨੇ ਵੀ ਵੇਦ ਪੁਰਾਣ ਜਾਂ ਸ਼ਾਸਤਰ ਹੈਗੇ ਇਹਨਾਂ ਦਾ ਸਾਰ ਤੱਤ ਹੈ ਕੀ ਆ। ਇਸ ਤੋਂ ਬਾਅਦ ਫਿਰ ਵੇਦ ਵਿਆਸ ਜੀ ਨੇ ਆਖਿਆ ਸੀ, ਕਹਿੰਦੇ ਦੇਖੋ ਭਾਈ, ਇਹਦਾ ਸਾਰਿਆਂ ਗ੍ਰੰਥਾਂ ਦਾ ਸਾਰ ਤੱਤ ਇਹ ਆ ਕਿ ਬਿਨਾਂ ਲਾਲਚ ਤੋਂ ਕਿਸੇ 'ਤੇ ਪਰਉਪਕਾਰ ਕਰ ਦੇਣਾ ਇਹ ਸਭ ਤੋਂ ਵੱਡਾ ਕਹਿੰਦੇ ਪੁੰਨ ਹੈਗਾ, ਕਿ ਬਿਨਾਂ ਲਾਲਚ ਤੋਂ ਕਿਸੇ ਦੇ ਉੱਤੇ ਪਰਉਪਕਾਰ ਕਰ ਦੇਣਾ। ਅਤੇ ਦੂਸਰਾ ਫਿਰ ਵੇਦ ਵਿਆਸ ਜੀ ਨੇ ਆਖਿਆ ਸੀਗਾ ਕਿ ਬਿਨਾਂ ਅਪਰਾਧ ਤੋਂ ਕਿਸੇ ਨੂੰ ਸਜ਼ਾ ਦੇ ਦੇਣੀ ਇਹ ਸਭ ਤੋਂ ਵੱਡਾ ਪਾਪ ਹੈਗਾ। ਜਦ ਇਹ ਦੋ ਬਚਨ ਜਿਹੜੇ ਸੀ ਵੇਦ ਵਿਆਸ ਰਿਖੀ ਨੇ ਜਿੰਨੇ ਵੀ ਸਾਧੂ ਸੰਤ ਮਹਾਤਮਾਵਾਂ ਦੇ ਪਾਸ ਆਏ ਸੀ ਉਹਨਾਂ ਨੂੰ ਇਹ ਦਿੱਤੇ ਸੀ। ਫਿਰ ਸਾਰੇ ਜਿਹੜੇ ਸਾਧੂ ਸੰਤ ਸੀ ਇਹ ਬਚਨ ਸੁਣ ਕੇ ਸਭ ਦੀ ਜਿਹੜੀ ਮਨ ਦੀ ਸੀ ਉਹ ਤ੍ਰਿਪਤੀ ਉਹ ਪੂਰਨ ਹੋ ਗਈ ਸੀ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਨੇ ਇਸੇ ਤਰ੍ਹਾਂ ਸੰਗਤ ਨੂੰ ਜਿਹੜਾ ਸੀ ਇਹ ਬਚਨ ਸੁਣਦਾ ਅਖੀਰ ਇਹ ਆਖਿਆ ਸੀਗਾ ਕਿ ਦਰਅਸਲ ਪਿਆਰ ਦਾ ਨਾਂ ਕੁਰਬਾਨੀ ਹੈਗੀ ਆ, ਅਤੇ ਕੁਰਬਾਨੀ ਜਿਹੜੀ ਹੈਗੀ ਉਹ ਸਿਰ ਕਟਾ ਕੇ ਦੇਣੀ ਪੈਂਦੀ ਆ, ਕਿਉਂਕਿ ਸਿਰ ਦੇ ਵਿੱਚ ਅਸਲੀ ਸੋਚ ਹੁੰਦੀ, ਸਿਰ 'ਚ ਮੈਂ ਹੁੰਦੀ ਆ। ਅਤੇ ਪ੍ਰੇਮ ਦਾ ਮਤਲਬ ਇਹ ਹੈ ਕਿ ਮੈਂ ਤੋਂ ਪਰੇ, ਕਿ ਜਦੋਂ ਆਦਮੀ ਆਪਣੀ ਮੈਂ ਤੋਂ ਪਰੇ ਹੋ ਜਾਂਦਾ ਹੈਗਾ ਅਤੇ ਆਪਣੀ ਜਿਹੜੀ ਅਕਲ ਹੈਗੀ ਆ ਉਹ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਕਰ ਦਿੰਦਾ ਹੈਗਾ, ਆਪਣੀ ਜਿਹੜੀ ਮੱਤ ਹੈਗੀ ਉਹ ਤਿਆਗ ਕੇ ਗੁਰੂ ਦਾ ਮੱਤ ਜਦੋਂ ਧਾਰਨ ਕਰਦਾ ਹੈ ਅਤੇ ਇਸ ਕਿਰਿਆ ਨੂੰ ਪ੍ਰੇਮ ਆਖਦੇ ਆ। ਜਦ ਇਹ ਤਾਤਕ ਬਚਨ ਮਹਾਂਪੁਰਖਾਂ ਨੇ ਕੀਤੇ ਸੀ, ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਜਿਵੇਂ ਪੰਜਾਂ ਪਿਆਰਿਆਂ ਨੇ ਜਿਹੜੇ ਸੀ ਆਪਣੇ ਸੀਸ ਦੇ ਕੇ ਕਲਗੀਧਰ ਮਹਾਰਾਜ ਦੀ ਪ੍ਰਸੰਨਤਾ ਹਾਸਲ ਕੀਤੀ ਸੀ, ਅੰਮ੍ਰਿਤਪਾਨ ਕੀਤਾ ਸੀਗਾ। ਅਤੇ ਇਸ ਤੋਂ ਬਾਅਦ ਫਿਰ ਪੰਜਾਂ ਪਿਆਰਿਆਂ ਨੇ ਜਿਹੜੀ ਦੇਗ ਪ੍ਰਸ਼ਾਦ ਇਹਦੀ ਜਿਹੜੀ ਮਰਜ਼ਾਦਾ ਸੀਗੀ ਇਸ ਤੋਂ ਬਾਅਦ ਬੰਨੀ ਸੀ, ਉਹਦੇ ਵਿੱਚ ਫਿਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੀ ਦੇਗ ਜਾਂ ਪ੍ਰਸ਼ਾਦ ਹੈ ਨਾ, ਕੜਾਹ ਪ੍ਰਸ਼ਾਦ, ਇਹਦੇ ਵਿੱਚ ਫਿਰ ਜਿਹੜੀ ਗੁਰੂ ਨੂੰ ਭੋਗ ਲਾਉਣਾ ਇਹਦੇ ਵਿੱਚ ਕਿਰਪਾਨ ਭੇਟ ਕਰਨੀ ਜ਼ਰੂਰੀ ਆ। ਜਦ ਇੰਨੀ ਗੱਲ ਹੋਈ ਸੀ ਫਿਰ ਮਹਾਂਪੁਰਖਾਂ ਨੇ ਇਹ ਵੀ ਦੱਸਿਆ ਸੀ ਕਿਰਪਾਨ ਭੇਟ ਕਰਨ ਦਾ ਮਤਲਬ ਹੈਗਾ ਕਿ ਕਿਰਪਾਨ ਦੀ ਧਾਰ ਦੇ ਥੱਲਿਓਂ ਦੀ ਲੰਘ ਕੇ ਜਾਣਾ ਹੈਗਾ। ਜਦ ਇਹ ਤਾਂ ਆਦਿਕ ਬਚਨ ਕੀਤੇ ਸੀ, ਉਸ ਤੋਂ ਬਾਅਦ ਫਿਰ ਇੱਕ ਪ੍ਰੇਮੀ ਨੇ ਉੱਠ ਕੇ ਨਾ ਫਿਰ ਮਹਾਂਪੁਰਖਾਂ ਨੂੰ ਇਹ ਆਖਿਆ ਸੀ, ਕਹਿੰਦੇ ਵੀ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਦੇਗ ਦੇ ਵਿੱਚ ਕਿਰਪਾਨ ਭੇਟ ਨਹੀਂ ਕਰਦੇ। ਜਦ ਇੰਨੀ ਗੱਲ ਹੋਈ ਸੀ ਫਿਰ ਬਾਬਾ ਜੀ ਨੇ ਉਸ ਨੂੰ ਆਖਿਆ ਸੀ, ਕਹਿੰਦੇ ਸਾਨੂੰ ਇਹ ਦੱਸ ਕਿ ਕਿਰਪਾਨ ਭੇਟ ਤੋਂ ਕੀ ਭਾਵ ਹੈਗਾ। ਫਿਰ ਉਹ ਜਿਹੜਾ ਸਿੰਘ ਸੀਗਾ ਉਹ ਕਈ ਚਿਰ ਸੋਚਦਾ ਰਿਹਾ, ਅਖੀਰ ਕਹਿਣ ਲੱਗਾ ਕਿ ਜਿਹੜੀ ਕਿਰਪਾਨ ਹੈਗੀ ਆ ਜਿਹਦੇ ਨਾਲ ਅਸੀਂ ਦੇਗ ਨੂੰ ਭੋਗ ਲਾਉਂਦੇ ਹਾਂ, ਅਸਲ ਦੇ ਵਿੱਚ ਇਹ ਕਿਰਪਾਨ ਜਿਹੜੀ ਆ ਇਹ ਗੁਰੂ ਦੀ ਜੀਭ ਹੈਗੀ ਆ। ਜਦ ਇਹ ਬਚਨ ਉਹ ਸਿੰਘ ਨੇ ਕੀਤਾ ਫਿਰ ਮਹਾਂਪੁਰਖਾਂ ਨੇ ਆਖਿਆ ਸੀ, ਕਹਿੰਦੇ ਭਾਈ ਇਸ ਤਰ੍ਹਾਂ ਬਚਨ ਨਹੀਂ ਕਰੀਦੇ ਹੁੰਦੇ। ਦਰਅਸਲ ਜਿਹੜੀ ਇਹ ਸ੍ਰੀ ਸਾਹਿਬ ਹੈਗੀ ਆ ਇਹ ਸ਼ੇਰ ਲੈ ਵਾਲੀ ਭਗਉਤੀ ਕਿਰਪਾਨ ਹੈਗੀ ਆ। ਜਦ ਇਹ ਬਚਨ ਬਾਬਾ ਜੀ ਨੇ ਕੀਤੇ ਸੀਗੇ ਫਿਰ ਜਿਹੜਾ ਸਿੰਘ ਸੀਗਾ ਫਿਰ ਉਹ ਚੁੱਪ ਕਰ ਗਿਆ ਸੀਗਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਖਿਆ ਸੀ, ਕਹਿੰਦੇ ਦੇਖੋ ਭਾਈ, ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਜੇਤੇ ਦਾਣੇ ਅੰਨ ਕੇ ਜੀਆਂ ਵਾਜ ਨਾ ਕੋਈ, ਅਸਲ ਦੇ ਵਿੱਚ ਜਿੰਨੇ ਵੀ ਜਿਹੜੇ ਅੰਨ ਹੈਗੇ ਆ ਇਹਦੇ ਦਾਣੇ ਆ, ਅਸਲ ਦੇ ਵਿੱਚ ਇਹ ਜੀਵ ਹੈਗੇ ਆ। ਅਤੇ ਇਹ ਜੀਵ ਜਦ ਤੱਕ ਇਸ ਕਿਰਪਾਨ ਦੀ ਧਾਰ ਦੇ ਥੱਲੇ ਨਹੀਂ ਆਉਂਦੇ ਤਦ ਤੱਕ ਜਿਹੜੇ ਹੈਗੇ ਉਹ ਪ੍ਰਵਾਨ ਨਹੀਂ ਕੀਤੇ ਜਾਂਦੇ, ਕਿਉਂਕਿ ਕਿਰਪਾਨ ਦੀ ਧਾਰ ਦੇ ਥੱਲੇ ਆਉਣ ਦਾ ਭਾਵ ਇਹ ਹੋਇਆ ਕਿ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ, ਆਪਣੇ ਆਪ ਨੂੰ ਮਿਟਾ ਦੇਣਾ ਅਤੇ ਕੇਵਲ ਗੁਰੂ ਜੀ ਦੇ ਚਰਨਾਂ ਦੇ ਉੱਤੋਂ ਦੀ ਨਿਸ਼ਾਵਰ ਹੋ ਜਾਣਾ, ਆਪਣੇ ਆਪ ਨੂੰ ਭੇਟਾ ਕਰ ਦੇਣਾ। ਸੋ ਇਸ ਕਰਕੇ ਇਹ ਜਿਹੜੇ ਦੇਗ ਕੜਾਹ ਪ੍ਰਸ਼ਾਦ ਹੈ ਇਹਦੇ ਵਿੱਚ ਜਿੰਨੇ ਵੀ ਅੰਨ ਦੇ ਜਿਹੜੇ ਉਹ ਜੀਵ ਹੈਗੇ ਆ ਉਹ ਜਦ ਕਿਰਪਾਨ ਦੀ ਭੇਟਾ ਚੜ੍ਹਦੇ ਆ ਤਾਂ ਉਹ ਆਪਣੇ ਆਪ ਨੂੰ ਸਮਰਪਿਤ ਕਰਦੇ ਆ। ਅਤੇ ਇਸ ਕਿਰਪਾਨ ਦੀ ਭੇਟਾ ਤੋਂ ਬਾਅਦ ਫਿਰ ਹੀ ਅਸੀਂ ਗੁਰੂ ਸਾਹਿਬ ਨੂੰ ਭੋਗ ਲਾ ਸਕਦੇ ਹਾਂ। ਜਦੋਂ ਮਹਾਂਪੁਰਖਾਂ ਨੇ ਇਹ ਤਾਤਕ ਬਚਨ ਕਰਕੇ ਸਾਰੀ ਜਿਹੜੀ ਸੰਗਤਾਂ ਨੂੰ ਜਿਹੜੇ ਸੀ ਨਿਹਾਲ ਕੀਤਾ ਸੀ, ਸਭ ਦੀ ਜਿਹੜੀ ਸੀ ਉਹ ਮਨ ਦੀ ਕਾਮਨਾ ਜਿਹੜੀ ਸੀ ਉਹ ਉਸ ਨੂੰ ਇਹਨਾਂ ਬਚਨਾਂ ਦੇ ਦੁਆਰਾ ਸਾਰਿਆਂ ਦੀ ਜਿਹੜੀ ਸੰਤੁਸ਼ਟੀ ਕਰਾਈ ਸੀ। ਫਿਰ ਸਾਰੀ ਸੰਗਤ ਦੇ ਵਿੱਚ ਜਿਹੜੇ ਸੀ ਉਹ ਜੈਕਾਰੇ ਗੱਜੇ ਸੀਗੇ। ਇਸ ਤਰ੍ਹਾਂ ਮਹਾਂਪੁਰਖਾਂ ਨੇ ਇਹਨਾਂ ਸਥਾਨਾਂ ਦੇ ਉੱਤੇ ਜਾ ਕੇ ਕਿਸੇ ਵੀ ਦੀਵਾਨ ਦੇ ਵਿੱਚ ਸੰਗਤਾਂ ਦੇ ਸਾਰੇ ਜਿਹੜੇ ਸ਼ੰਕੇ ਸੀ ਉਹ ਨਿਵਰਤ ਕੀਤੇ ਸੀ, ਗੁਰਬਾਣੀ ਨਾਲ ਜੋੜਿਆ ਸੀਗਾ। ਅਤੇ ਗੁਰਬਾਣੀ ਨਾਲ ਜੋੜਨ ਤੋਂ ਬਾਅਦ ਸੰਗਤਾਂ ਦਾ ਜਿਹੜਾ ਸੀਗਾ ਲੋਕ ਅਤੇ ਪਰਲੋਕ ਸੁਖੀ ਬਣਾਇਆ ਸੀਗਾ। ਸੋ ਦਾਸ ਇੰਨੇ ਹੀ ਬਚਨ ਮਹਾਂਪੁਰਖਾਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾ ਚੁੱਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।